ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁਖ ਪਾਵੈ ਹੈ। ਐ ਮੂਰਖਾ, ਤੂੰ ਇੱਕ ਨਿਮਕ ਮਾਤਰ, ਨਿਮਕ ਕਹਿੰਦੇ ਨੇ ਅੱਖ ਦੇ ਫੋਰੇ ਨੂੰ, ਇਹ ਨਿਮਕ ਮਾਤਰ ਕਾਮ ਦੇ ਸਵਾਦ ਵਾਸਤੇ, ਭਾਵ ਜਿਹੜਾ ਕਾਮ ਦਾ ਸਵਾਦ ਹੈ ਸਪਰਸ਼ ਮਾਤਰ ਹੁੰਦਾ, ਖਿੰਨ ਭੰਗਰ ਹੁੰਦਾ, ਥੋੜ੍ਹੇ ਸੈਕਿੰਡ ਦਾ ਹੀ ਹੁੰਦਾ। ਇਸੇ ਲਈ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਿਮਕ ਕਾਮ ਸਵਾਦ ਕਾਰਨ, ਵੀ ਇੱਕ ਨਿਮਕ ਪਰ, ਰਤਾ ਪਰ ਕੁਛ ਸੈਕਿੰਡਾਂ ਦੇ ਕਾਮ ਦੇ ਸਵਾਦ ਬਦਲੇ ਤੂੰ ਪਰਾਏ ਘਰਾਂ ਵਿੱਚ ਖੇ ਖਾਣ ਵਾਸਤੇ ਜਾਣਾ, ਕੋਟ ਦਿਨ ਦੁੱਖ ਪਾਵੈ। ਤੇ ਫਿਰ ਜਦੋਂ ਲੋਕਾਂ ਨੂੰ ਪਤਾ ਲੱਗਦਾ ਤੇਰੇ ਕਰੈਕਟਰ ਦਾ ਤੇ ਤੈਨੂੰ ਲਾਹਣਤਾਂ ਮਿਲਦੀਆਂ ਨੇ, ਫਿਰ ਕਰੋੜਾਂ ਦਿਨ ਦੁੱਖ ਪ੍ਰਾਪਤ ਕਰਦਾ ਹੈ। ਅਥਵਾ ਜਿਹੜਾ ਮਨੁੱਖ ਪਰਾਏ ਘਰਾਂ ਦੇ ਵਿੱਚ ਵਿਸ਼ੇ ਵਿਕਾਰ ਭੋਗਣ ਵਾਸਤੇ ਜਾਂਦਾ ਹੈ, ਉਹਨੂੰ ਜਿਹੜਾ ਕੋਈ ਕਾਮ ਦਾ ਸਵਾਦ ਹੈ ਉਹ ਤੇ ਨਿਮਕ ਪਰ ਕੁਝ ਸੈਕਿੰਡਾਂ ਦਾ ਹੀ ਪ੍ਰਾਪਤ ਹੁੰਦਾ, ਪਰ ਅੱਗੇ ਉਹਦਾ ਫਲ ਕਰੋੜਾਂ ਦਿਨ ਨਰਕਾਂ ਵਿੱਚ ਜਾ ਕੇ ਦੁੱਖ ਭੋਗਣਾ ਪੈਂਦਾ। ਪਰ ਤਰੇ ਰਾਵਣ ਜਾਏ ਸਹੀ ਤਾਲਾ ਜੀਏ। ਜਿਹੜੇ ਪਰਾਏ ਘਰਾਂ ਵਿੱਚ ਵਿਸ਼ੇ ਵਿਕਾਰ ਭੋਗਣ ਲਈ ਜਾਂਦੇ ਨੇ, ਉਹਨਾਂ ਨੂੰ ਤੇਲ ਦੇ ਕੜਾਹਿਆਂ ਵਿੱਚ ਤਲਿਆ ਜਾਂਦਾ ਹੈ। ਇਹ ਅੱਗੇ ਨਰਕਾਂ ਦਾ ਦੁੱਖ ਹੈ। ਜਾਂ ਇਹ ਵੀ ਬਚਨ ਸਤਿਗੁਰੂ ਦੇ ਆਏ ਨੇ, ਤਪ ਥੰਮ ਗਲ ਲਤਿਆ, ਉਹਨਾਂ ਨੂੰ ਤੱਤੇ ਥੰਮਾਂ ਦੇ ਨਾਲ ਲਾਇਆ ਜਾਂਦਾ ਹੈ ਜਿਹੜੇ ਪਰਾਏ ਘਰਾਂ ਦੇ ਵਿੱਚ ਵਿਸ਼ੇ ਭੋਗਣ ਲਈ ਜਾਂਦੇ ਨੇ। ਜਿੱਥੋਂ ਤੱਕ ਆਪਣੀ ਪਤਨੀ ਦਾ ਸੰਬੰਧ ਹੈ, ਉਹਦੇ ਬਾਰੇ ਤਾਂ ਕਲਗੀਧਰ ਪਾਤਸ਼ਾਹ ਦੀ ਸਿੱਖਿਆ ਹਰ ਗੁਰਸਿੱਖ ਨੂੰ ਯਾਦ ਰੱਖਣੀ ਚਾਹੀਦੀ ਹੈ। ਸਤਿਗੁਰੂ ਦੇ ਬੜੇ ਸੁੰਦਰ ਉਪਦੇਸ਼ ਨੇ। ਸੁਧ ਜਬ ਤੇ ਹਮ ਤਰੀ ਬਚਨ ਗੁਰ ਦਏ ਹਮਾਰੇ, पूत है प्राण तोहे प्राण जब लग कट थारे, निज नारी के साथ नेहो तुम नित बढ़इयो हो, पर नारी की सेज पूल सुपने हो ना जियो। अपनी इस्त्री नाल ते तुसीं सतगुरु कहंदे हमेशा लई आनंद लै सकदे हो, पर पराई इस्त्री दे घर सुपने विच भी जाना तुहाडे लई मना है, विवर्जित है। ऐसी सतगुरु महाराज ने सिक्ख्या सानू बख्शी है। ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ। ਵੇਖ ਲਓ ਰਾਵਣ ਵਰਗੇ ਤੇ ਜਿਨ੍ਹਾਂ ਨੇ ਸੀਤਾ ਨੂੰ ਚੁਰਾਇਆ, ਤੇ ਫਿਰ ਵੇਖ ਲਓ ਉਹਨੂੰ ਮੌਤ ਦਾ ਸ਼ਿਕਾਰ ਤੇ ਅੱਗੇ ਨਰਕਾਂ ਵਿੱਚ ਜਾ ਕੇ ਕਰੋੜਾਂ ਦਿਨ ਦੁੱਖ ਭੋਗਣਾ ਪਿਆ। ਇਸੇ ਤਰ੍ਹਾਂ ਚੰਦਰਮਾ ਦੀ ਗੱਲ ਲੈ ਲਓ, ਜਿਵੇਂ ਕਿ ਸਤਿਗੁਰੂ ਮਹਾਰਾਜ ਨੇ ਕੁਝ ਉਦਾਹਰਨਾਂ ਬਾਣੀ ਵਿੱਚ ਵੀ ਦਿੱਤੀਆਂ ਹਨ ਕਿ ਜਿਹੜਾ ਦੇਵਤਿਆਂ ਦਾ ਪਾਤਸ਼ਾਹ ਇੰਦਰ ਸੀ, ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ, ਸਹਿ ਸਰੀਰ ਚਿਹਨ ਪੱਗ ਹੋਏ ਤਾ ਮਨ ਪਛੋਤਾਇਆ। ਇਸੇ ਲਈ ਸਤਿਗੁਰੂ ਕਹਿੰਦੇ ਨੇ ਗੁਰਸਿੱਖ ਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ, ਤੇ ਨਾਲ ਇਹਦੇ ਨਾਲ ਏਡਜ਼ ਵਰਗੀਆਂ ਜਿਹੜੀਆਂ ਘਾਤਕ ਬਿਮਾਰੀਆਂ ਤੋਂ ਆਦਮੀ ਬਚਿਆ ਰਹਿੰਦਾ ਹੈ, ਹੋਰ ਦੁਨੀਆ ਦੇ ਵਿੱਚ ਬਦਨਾਮੀ ਤੋਂ ਫਿਟਕਾਰਾਂ ਤੋਂ ਬਚਿਆ ਰਹਿੰਦਾ ਹੈ। ਲੋ ਹਜ਼ੂਰ ਕਹਿੰਦੇ ਨੇ ਕਰੇ ਮੋਹਤ ਰੰਗ ਮਾਣਾ ਹੈ, ਫਿਰ ਬਹੁਰ ਬਹੁਰ ਪਛਤਾਵਾ ਹੈ। ਵੀ ਮੂਰਖਾ ਵੇਖ ਲੈ, ਘੜੀ ਅੱਧੀ ਘੜੀ ਤੂੰ ਪਰਾਏ ਘਰਾਂ ਵਿੱਚ ਜਾ ਕੇ ਵਿਸ਼ਿਆਂ ਦਾ ਸੁੱਖ ਭੋਗਦਾ, ਤੇ ਫਿਰ ਬਾਰ-ਬਾਰ ਤੈਨੂੰ ਪਛਤਾਉਣਾ ਪੈਂਦਾ। ਅੰਦਰੋਂ ਜ਼ਮੀਰ ਤਾਂ ਲਾਹਣਤਾਂ ਦਿੰਦੀ ਹੈ ਨਾ ਜਦੋਂ ਆਦਮੀ ਗਲਤ ਕੰਮ ਕਰਦਾ, ਤੇ ਫਿਰ ਹੌਲੀ ਹੌਲੀ ਗਾਂ ਪਰਿਵਾਰ ਵਿੱਚ ਗੱਲ ਜਾਂਦੀ, ਫਿਰ ਪਰਿਵਾਰ ਵਿੱਚ ਲੜਾਈ ਝਗੜੇ ਕਲੇਸ਼ ਪੈਦਾ ਹੁੰਦੇ ਨੇ, ਸਮਾਜ ਵਿੱਚ ਗੱਲ ਨਿਕਲ ਜਾਂਦੀ, ਉੱਥੇ ਵੀ ਬਦਨਾਮੀ ਹੁੰਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਘੜੀ ਅੱਧੀ ਘੜੀ ਤੂੰ ਵਿਸ਼ਿਆਂ ਦਾ ਆਨੰਦ ਮਾਣਦਾ, ਪਰ ਵੇਖ ਲੈ ਉਸ ਤੋਂ ਬਾਅਦ ਬਾਰ-ਬਾਰ ਤੈਨੂੰ ਪਛਤਾਉਣਾ ਪੈਂਦਾ ਹੈ। ਅੰਧੇ ਚੇਤ ਹਰ ਹਰ ਰਾਇਆ, ਤੇਰਾ ਸੋ ਦਿਨ ਨੇੜੇ ਆਇਆ ਰਹਾਉ। ਅੰਨਿਆ ਤੂੰ ਉਸ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੀ ਕਰ, ਉਸ ਪ੍ਰਮਾਤਮਾ ਦਾ ਡਰ ਮਨ ਵਿੱਚ ਧਾਰਨ ਕਰ। ਤੇਰਾ ਉਹ ਦਿਨ ਨੇੜੇ ਆਉਣ ਵਾਲਾ ਹੀ ਸਮਝ, ਭਾਵ ਮੌਤ ਦਾ ਦਿਨ ਤੇਰਾ ਨੇੜੇ ਆ ਰਿਹਾ ਹੈ। ਇਸ ਲਈ ਉਸ ਤੋਂ ਹਮੇਸ਼ਾ ਲਈ ਖਬਰਦਾਰ ਹੋ ਕੇ ਰਹਿ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਬੜੀਆਂ ਸੁੰਦਰ ਉਦਾਹਰਣਾਂ ਦੇ ਕੇ ਸਾਨੂੰ ਸਮਝਾਉਣ ਲੱਗੇ ਨੇ। ਪਲਕ ਦ੍ਰਿਸ਼ਟ ਦੇਖ ਭੁੱਲੋ, ਆਕ ਨੀਮ ਕੋ ਤੁਮਰ। ਹਜ਼ੂਰ ਕਹਿੰਦੇ ਨੇ ਵੇਖ, ਅੱਖ ਦਾ ਜਿਹੜਾ ਬੂਟਾ ਹੁੰਦਾ ਉਹਨੂੰ ਜ਼ਹਿਰੀਲੇ ਫਲ ਲੱਗਦੇ ਨੇ, ਜਿਸ ਨੂੰ ਅੱਖ ਦੀਆਂ ਫਲੀਆਂ ਜਾਂ ਅੱਖ ਦੀਆਂ ਕੁਕੜੀਆਂ ਵੀ ਕਹਿ ਦਿੰਦੇ ਨੇ। ਦੇਖਣ ਨੂੰ ਉਹ ਵੀ ਅੰਬਾਂ ਵਰਗੀਆਂ ਲੱਗਦੀਆਂ,
ਪਰ ਖਾਣ ਵਿੱਚ ਕੌੜੀਆਂ ਤੇ ਜ਼ਹਿਰੀਲੀਆਂ ਹੁੰਦੀਆਂ। ਤੇ ਇਸੇ ਤਰ੍ਹਾਂ ਜਿਹੜੀ ਨਿੰਮ ਹੈ, ਨਿੰਮ ਨੂੰ ਚਾਹੇ ਸ਼ਹਿਦ ਵੀ ਸਿੰਜੋ ਤਾਂ ਵੀ ਉਹ ਕੌੜੀ ਹੁੰਦੀ ਹੈ। ਤੇ ਤੁਮਰ ਕਹਿੰਦੇ ਨੇ ਕੌੜ ਤੁਮੇ ਨੂੰ, ਪਲਕ ਦ੍ਰਿਸ਼ ਦੇਖ ਭੂਲੋ। ਜਦੋਂ ਕੋਈ ਆਦਮੀ ਪਹਿਲਾਂ ਅੱਖ ਨੂੰ ਵੇਖਦਾ ਹੈ, ਅੱਖ ਦੇ ਫਲਾਂ ਨੂੰ, ਉਹਨੂੰ ਇਉਂ ਲੱਗਦਾ ਵੀ ਇਹ ਅੰਬ ਲੱਗੇ ਹੋਏ ਨੇ। ਤੇ ਜਿਹੜੀਆਂ ਨਿੰਮ ਨੂੰ ਗਟੋਲੀਆਂ ਲੱਗਦੀਆਂ, ਉਹਨਾਂ ਨੂੰ ਵੇਖ ਕੇ ਬੰਦੇ ਨੂੰ ਇਉਂ ਜਾਪਦਾ ਜਿਵੇਂ ਮਿੱਠੇ ਪੇਂਦੂ ਬੇਰ ਲੱਗੇ ਹੋਣ। ਤੇ ਕੌੜ ਤੁਮੇ ਨੂੰ ਦੇਖ ਕੇ ਹਰ ਆਦਮੀ ਨੂੰ ਇਉਂ ਭੁਲੇਖਾ ਪੈਂਦਾ ਹੈ ਵੀ ਸ਼ਾਇਦ ਬੜੇ ਮਿੱਠੇ ਖਰਬੂਜ਼ੇ ਨੇ। ਪਲਕ ਦ੍ਰਿਸ਼ਟ ਦੇਖ ਭੂਲੋ। ਪਰ ਹਜ਼ੂਰ ਕਹਿੰਦੇ ਨੇ ਰਤਾ ਪਰ ਦ੍ਰਿਸ਼ਟੀ ਨਾਲ ਵੇਖ ਕੇ ਆਦਮੀ ਭੁੱਲ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖ ਪਰਾਏ ਰੰਗ ਰੂਪ ਨੂੰ ਦੇਖ ਕੇ ਇਹ ਵਿਸ ਭਰੀਆਂ ਗੰਦਲਾਂ ਧੜੀਆਂ ਖੰਡ ਲਿਵਾੜ, ਇੱਕ ਰਾਹੇ ਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਇਹ ਜਿਹੜੀਆਂ ਵਿਉਹ ਦੀਆਂ ਭਰੀਆਂ ਗੰਦਲਾਂ ਨੇ, ਪਰਾਈਆਂ ਇਸਤਰੀਆਂ ਨੇ, ਪਰਾਏ ਤਨ ਨੇ, ਪਰਾਏ ਸਰੀਰ ਨੇ, ਤੇ ਇਹਨਾਂ ਨੂੰ ਪਲ ਭਰ ਵੇਖ ਕੇ ਆਪਣੀ ਨਿਗਾਹ ਨਾਲ ਮਨੁੱਖ ਭੁੱਲ ਜਾਂਦਾ ਹੈ। ਪਰ ਹਜ਼ੂਰ ਅੱਗੇ ਕਿੰਨੀ ਸੁੰਦਰ ਸਿੱਖਿਆ ਦੇ ਰਹੇ ਹਨ। ਜੈਸਾ ਸੰਗ ਬਿਸਿਆਰ ਸਿਉ ਹੈ ਰੇ, ਤੈਸੋ ਹੀ ਇਹੋ ਪਰ ਗ੍ਰਹਿ। ਸਤਿਗੁਰੂ ਕਹਿੰਦੇ ਨੇ ਮੂਰਖਾ, ਓਏ ਅੰਨਿਆ, ਜਿਹੋ ਜਿਹਾ ਬਿਸਿਆਰ ਦਾ ਅਰਥ ਹੈ ਵੀ ਜ਼ਹਿਰੀਲੇ ਸੱਪ ਦੇ ਨਾਲ ਕੋਈ ਸੰਬੰਧ ਹੈ, ਤੇ ਇਸੇ ਤਰ੍ਹਾਂ ਪਰਾਇਆ ਘਰ ਸਮਝ ਲੈ। ਕਿਸੇ ਜ਼ਹਿਰੀਲੇ ਸੱਪ ਨੂੰ ਤੁਹਾਨੂੰ ਘਰ ਵਿੱਚ ਰੱਖਣਾ ਪਵੇ ਜਾਂ ਕਿਸੇ ਜ਼ਹਿਰੀਲੇ ਸੱਪ ਦੇ ਨਾਲ ਤੁਹਾਨੂੰ ਰਹਿਣਾ ਪਵੇ, ਇੱਕ ਮਿੰਟ ਵੀ ਚੈਨ ਨਾਲ ਨਹੀਂ ਤੁਸੀਂ ਸੌਂ ਸਕਦੇ। ਜਿਸ ਨੂੰ ਇਹ ਪਤਾ ਲੱਗ ਜਾਵੇ ਨਾ ਵੀ ਘਰ ਦੇ ਵਿੱਚ ਕੋਈ ਜ਼ਹਿਰੀਲਾ ਸੱਪ ਆ ਵੜਿਆ, ਤੇ ਸਾਰਾ ਟੱਬਰ ਸੌਂ ਨਹੀਂ ਸਕਦਾ। ਸਤਿਗੁਰੂ ਕਹਿੰਦੇ ਨੇ ਜੈਸਾ ਸੰਗ ਬਿਸਿਆਰ ਸਿਉ ਹੈਰੇ, ਵੀ ਜਿਹੋ ਜੀ ਜ਼ਹਿਰੀਲੇ ਸੰਗਤ, ਜ਼ਹਿਰੀਲੇ ਸੱਪ ਦੀ ਸੰਗਤ ਕਰ ਲਈ, ਤੇ ਉਸੇ ਤਰ੍ਹਾਂ ਪਰਾਏ ਘਰ ਦੀ ਸੰਗਤ ਕਰ ਲਈ। ਇਸ ਲਈ ਸਾਨੂੰ ਇਸ ਗੱਲ ਤੋਂ ਸਾਵਧਾਨ ਸਤਿਗੁਰੂ ਨੇ ਕੀਤਾ ਹੈ। ਪਰਾਇਆ ਘਰ ਜ਼ਹਿਰੀਲੇ ਸੱਪ ਦੀ ਸੰਗਤ ਵਰਗਾ ਹੈ, ਪਤਾ ਨਹੀਂ ਕਦੋਂ ਡੰਗ ਵੱਜ ਜਾਣਾ, ਪਤਾ ਨਹੀਂ ਕਦੋਂ ਮੌਤ ਨੇ ਆ ਘੇਰਨਾ। ਇਸ ਲਈ ਸਾਨੂੰ ਇਹਨਾਂ ਮਾੜੇ ਕੰਮਾਂ ਤੋਂ ਬਚਣਾ ਚਾਹੀਦਾ ਹੈ। ਬੈਰੀ ਕਾਰਨ ਪਾਪ ਕਰਤਾ ਬਸ ਰਹੀ ਅਮਾਨਾ। ਹਜ਼ੂਰ ਕਹਿੰਦੇ ਨੇ ਦੇਖ, ਤੂੰ ਵੈਰੀ ਵਾਸਤੇ ਪਾਪ ਕਰ ਰਿਹਾ ਹੈ। ਵੈਰੀ ਕੌਣ ਹੈ? ਭਰਤਰੀ ਨੇ ਲਿਖਿਆ ਹੈ, ਮਨ ਰਿਪ ਜੀਤਾ ਸਭ ਰਿਪ ਜੀਤੇ। ਇਹ ਮਨ ਹੀ ਸਾਡਾ ਵੈਰੀ ਹੈ। ਜਿਹੜਾ ਮਨ ਹੈ ਸਾਡਾ ਇਸ ਲਈ ਵੈਰੀ ਹੈ ਕਿਉਂਕਿ ਅਸੀਂ ਜਿਹੜਾ ਕੰਮ ਨਹੀਂ ਕਰਨਾ ਚਾਹੁੰਦੇ, ਮਨ ਉਹ ਸਾਡੇ ਪਾਸੋਂ ਕਰਵਾਉਂਦਾ ਹੈ। ਮਨ ਤੋਂ ਹੀ ਸਾਰੇ ਵਿਕਾਰ ਬਦੀਆਂ ਜਨਮ ਲੈਂਦੀਆਂ ਨੇ ਨਾ। ਇਸੇ ਲਈ ਸਤਿਗੁਰੂ ਕਹਿੰਦੇ ਬੈਰੀ ਕਾਰਨ ਪਾਪ ਕਰਤਾ। ਤੂੰ ਆਪਣੇ ਵੈਰੀ ਮਨ ਨੂੰ ਖੁਸ਼ ਕਰਨ ਵਾਸਤੇ ਸਾਰੇ ਪਾਪ ਕਰਦਾ ਫਿਰਦਾ ਹੈ। ਬਸ ਰਹੀ ਅਮਾਨਾ। ਤੇ ਜਿਹੜੀ ਵਾਹਿਗੁਰੂ ਨੇ ਨਾਮ ਰੂਪੀ ਵਸਤੂ ਤੇਰੇ ਅੰਦਰ ਟਿਕਾਈ ਸੀ, ਤੇ ਤੈਨੂੰ ਆਖਿਆ ਸੀ ਬਈ ਤੂੰ ਇਸ ਵਸਤੂ ਨੂੰ ਸੰਭਾਲ ਕੇ ਰੱਖਣਾ ਹੈ ਤੇ ਨਾਲ ਇਸ ਵਸਤੂ ਤੋਂ ਲਾਹਾ ਵੀ ਲੈਣਾ ਹੈ, ਉਹ ਜਿਹੜੀ ਵਸਤੂ ਸੀ ਉਹ ਤੇ ਅਮਾਨਤ ਵਜੋਂ ਹੀ ਪਈ ਰਹੀ। ਭਾਵ ਤੈਨੂੰ ਵਾਹਿਗੁਰੂ ਨੇ ਨਾਮ ਜਪਣ ਦੇ ਲਈ ਹੁਕਮ ਕਰਕੇ ਭੇਜਿਆ ਸੀ, ਉਹ ਨਾਮ ਤੂੰ ਜਪਿਆ ਹੀ ਨਹੀਂ। ਉਹ ਤਾਂ ਅਮਾਨਾਂ ਦਾ ਅਰਥ ਜਿਵੇਂ ਕੋਈ ਅਮਾਨਤ ਸਾਨੂੰ ਸੰਭਾਲ ਜਾਵੇ ਨਾ, ਤੇ ਆਪਾਂ ਉਹਨੂੰ ਕਿਸੇ ਥਾਂ ਇੱਕ ਵਾਰੀ ਸੰਭਾਲ ਕੇ ਰੱਖ ਦਿੰਦੇ ਹਾਂ ਵੀ ਜਦੋਂ ਕੋਈ ਆਦਮੀ ਆਊਗਾ ਤੇ ਉਹਨੂੰ ਦੇ ਦੇਵਾਂਗੇ। ਅਸੀਂ ਹੁਣ ਵਰਤਦੇ ਨਹੀਂ ਕਿਸੇ ਦੀ ਚੀਜ਼ ਨੂੰ, ਕਿਉਂਕਿ ਉਹ ਅਮਾਨਤ ਹੁੰਦੀ ਹੈ। ਪਰ ਹਜ਼ੂਰ ਕਹਿੰਦੇ ਨੇ ਵੀ ਵਾਹਿਗੁਰੂ ਨੇ ਨਾਮ ਤਾਂ ਸਾਨੂੰ ਜਪਣ ਵਾਸਤੇ ਦਿੱਤਾ ਸੀ, ਤੇ ਆਖਿਆ ਸੀ ਵੀ ਤੂੰ ਜਾ ਕੇ ਵਾਹਿਗੁਰੂ ਦਾ ਨਾਮ ਜਪਣਾ ਹੈ। ਪਰ ਉਹ ਜਿਹੜੀ ਨਾਮ ਰੂਪੀ ਵਸਤੂ ਸੀ ਉਹ ਤੇ ਅਮਾਨਤ ਵਜੋਂ ਅਸ਼ੋਅ ਪਈ ਰਹਿ ਗਈ। ਨਾਮ ਜਪਿਆ ਹੀ ਨਹੀਂ, ਪੁੱਠੇ ਕੰਮ ਕਰਨ ਲੱਗ ਪਿਆ। ਅਥਵਾ ਬੈਰੀ ਕਾਰਨ ਪਾਪ ਕਰਤਾ। ਬੈਰੀ ਦਾ ਅਰਥ ਇਹ ਮਾਇਆ ਵੀ ਸਾਡੀ ਦੁਸ਼ਮਣ ਹੈ। ਇਸ ਮਾਇਆ ਦੇ ਪਿੱਛੇ ਆਦਮੀ ਭਰਾਵਾਂ ਨਾਲ ਝਗੜਾ, ਮਿੱਤਰਾਂ ਨਾਲ ਝਗੜਾ, ਸਾਰਿਆਂ ਨਾਲ ਹੀ ਝਗੜਾ ਪਾ ਲੈਂਦਾ। ਇਹ ਜਿਹੜੀ ਸਾਡੀ ਦੁਸ਼ਮਣ ਮਾਇਆ ਹੈ ਵੀ ਇਹਦੇ ਲਈ ਆਦਮੀ ਪਾਪ ਕਰਦਾ। ਇਹ ਵੀ ਇੱਕ ਥਾਂ ਤੇ ਬਚਨ ਆਉਂਦਾ ਨਾ, ਪਾਪਾਂ ਬਾਝੋ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਇਹ ਜਿਹੜੀ ਬਹੁਤੀ ਮਾਇਆ ਪਾਪਾਂ ਨਾਲ ਹੀ ਇਕੱਠੀ ਹੁੰਦੀ ਹੈ, ਤੇ ਮਾਇਆ ਆ ਕੇ ਫਿਰ ਇਹ ਬੰਦੇ ਦੇ ਦਿਮਾਗ ਨੂੰ ਖਰਾਬ ਕਰਦੀ ਹੈ। ਇਹ ਜਿਹੜੀ ਮਾਇਆ ਰੂਪੀ ਤੇਰੀ ਵੈਰਣ ਹੈ, ਤੇਰੀ ਦੁਸ਼ਮਣ ਹੈ, ਇਹਦੇ ਲਈ ਤੂੰ ਮਾਇਆ ਦੇ ਲਈ ਬੜੇ ਪਾਪ ਕਰ ਰਿਹਾ ਹੈ। ਤੇ ਜਿਹੜੀ ਅਸਲੀ ਵਾਹਿਗੁਰੂ ਦੇ ਨਾਮ ਦੀ
ਵਸਤੂ ਸੀ, ਉਹ ਅਮਾਨਤ ਵਜੋਂ ਅਸ਼ੋ ਪਈ ਰਹੀ। ਤੂੰ ਨਾਮ ਨਹੀਂ ਜਪਿਆ ਤੇ ਮਾਇਆ ਲਈ ਪੁੱਠੇ ਕੰਮ ਕਰਨ ਲੱਗ ਪਿਆ। ਛੋੜ ਜਾਹੇ ਤਿਨ ਹੀ ਸਿਉ ਸੰਗੀ, ਸਾਜਣ ਸਿਉ ਬਹਿਰਾਨਾ। ਹਜ਼ੂਰ ਕਹਿੰਦੇ ਨੇ ਛੋੜ ਜਾਹੇ, ਜਿਨ੍ਹਾਂ ਨੂੰ ਛੱਡ ਕੇ ਜਾਣਾ ਸੀ, ਤਿਨ ਹੀ ਸਿਉ ਸੰਗੀ, ਉਹਨਾਂ ਦਾ ਤਾਂ ਤੂੰ ਹਮੇਸ਼ਾ ਲਈ ਸਾਥੀ ਬਣਿਆ ਰਿਹਾ। ਸਾਜਣ ਸਿਉ ਬਹਿਰਾਨਾ, ਜਿਹੜੇ ਤੇਰੇ ਸੱਜਣ ਮਿੱਤਰ ਸਨ, ਭਾਵ ਦਿਲੋਂ ਤੇਰੇ ਨਾਲ ਸਨੇਹ ਕਰਦੇ ਸਨ, ਤੈਨੂੰ ਮਾੜੇ ਕੰਮਾਂ ਤੋਂ ਵਰਜਦੇ ਸਨ, ਉਹਨਾਂ ਦੇ ਨਾਲ ਤੂੰ ਵੈਰ ਪਾ ਲਿਆ। ਕਿਉਂਕਿ ਇਹ ਵੀ ਇੱਕ ਮਨੁੱਖ ਦੀ ਫਿਤਰਤ ਹੈ ਵੀ ਇਹਨੂੰ ਸੱਜਣ ਮਿੱਤਰ ਦੀ ਵੀ ਪਰਖ ਨਹੀਂ ਹੁੰਦੀ। ਜਿਹੜਾ ਕੋਈ ਕਿਸੇ ਨੂੰ ਐਵੇਂ ਮਾੜੀ ਜੀ ਕਿਸੇ ਨੂੰ ਉਂਗਲ ਲਾ ਦੇਵੇ ਵੀ ਅਸੀਂ ਤੇਰੇ ਨਾਲ ਹਾਂ, ਆਦਮੀ ਉਹਨਾਂ ਤੇ ਬਹੁਤ ਛੇਤੀ ਵਿਸ਼ਵਾਸ ਕਰਦਾ ਹੈ, ਜਿਹੜੇ ਉਹਨੂੰ ਥੋੜ੍ਹੀ ਫੂਕ ਛਕਾ ਦੇਣ। ਤੇ ਜਿਹੜੇ ਬੰਦੇ ਸਿਆਣੇ ਹੁੰਦੇ ਨੇ, ਸਮਝਦਾਰ ਹੁੰਦੇ ਨੇ, ਉਹ ਫੂਕ ਨਹੀਂ ਛਕਾਉਂਦੇ, ਉਹ ਨਾਲ ਖੜੇ ਹੁੰਦੇ, ਉਹਨਾਂ ਦੇ ਨਾਲ ਆਦਮੀ ਦੁਸ਼ਮਣੀ ਪਾਉਂਦਾ, ਉਹਨਾਂ ਨੂੰ ਦੁਸ਼ਮਣ ਸਮਝ ਲੱਗ ਜਾਂਦਾ। ਗੱਲ ਤਾਂ ਸਾਰੀ ਮੰਦੀ ਹੁੰਦੀ ਹੈ ਨਾ, ਵੀ ਜਿਹੜੇ ਖਾਣ ਪੀਣ ਵਾਲੇ ਨੇ, ਸ਼ਰਾਬੀ ਕਬਾਬੀ ਨੇ, ਉਹਨਾਂ ਨੂੰ ਮਿੱਤਰ ਸਮਝਦਾ, ਜਿਨ੍ਹਾਂ ਨੇ ਇੱਕ ਮਿੰਟ ਵਿੱਚ ਹੀ ਛੱਡ ਕੇ ਚਲੇ ਜਾਣਾ। ਕਿਉਂਕਿ ਆਮ ਦੇਖਣ ਵਿੱਚ ਇਹੀ ਆਉਂਦਾ ਹੈ, ਜਿਹੜੇ ਖਾਣ ਪੀਣ ਵਾਲੇ ਲੋਕ ਹੁੰਦੇ ਨੇ ਨਾ, ਉਹ ਜਿੰਨਾ ਚਿਰ ਖਾਣ ਪੀਣ ਚੱਲਦਾ ਰਹਿੰਦਾ ਉਹਨਾਂ ਚਿਰ ਤਾਂ ਤੁਹਾਡੇ ਨਾਲ ਖੜਦੇ ਨੇ। ਜਦੋਂ ਤੁਸੀਂ ਜਵਾਬ ਦੇ ਦਿਓ ਤਾਂ ਫਿਰ ਇੱਕ ਮਿੰਟ ਵੀ ਨਹੀਂ ਤੁਹਾਡੇ ਨਾਲ ਖੜਨ ਨੂੰ ਤਿਆਰ। ਸਤਿਗੁਰੂ ਨੇ ਤਾਂ ਸਾਰਿਆਂ ਲਈ ਇਹ ਬਚਨ ਕੀਤੇ ਨੇ, ਮਾਤ ਪਿਤਾ ਬੰਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤਹ ਕੋ ਨਾ ਸਹਾਈ। ਇਹਨਾਂ ਨੇ ਵੀ ਸਾਨੂੰ ਛੱਡ ਕੇ ਚਲੇ ਜਾਣਾ। ਸਕੇ ਮਾਂ ਪਿਓ ਵੀ, ਸਕੇ ਭੈਣ ਭਰਾ ਵੀ ਸਾਨੂੰ ਛੱਡ ਦਿੰਦੇ ਨੇ। ਕਦੋਂ? ਬਿਪਤ ਪਰੀ ਸਭ ਹੀ ਸੰਗ ਛੱਡਤ, ਕੋ ਨਾ ਆਵਤ ਨਹੀਂ ਰਹੇ। ਜਦੋਂ ਔਖੀ ਘੜੀ ਬਣਦੀ ਫਿਰ ਸਾਰੇ ਛੱਡਦੇ ਨੇ, ਤੇ ਔਖੀ ਘੜੀ ਦੇ ਵਿੱਚ ਹੀ ਆਪਣੇ ਤੇ ਪਰਾਇਆਂ ਦੀ ਪਛਾਣ ਹੁੰਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਜਿਨ੍ਹਾਂ ਨੇ ਛੱਡ ਕੇ ਜਾਣਾ ਸੀ ਤੇ ਉਹਨਾਂ ਨੂੰ ਉਹਨਾਂ ਦਾ ਸੰਗੀ ਬਣਿਆ ਰਿਹਾ, ਤੇ ਜਿਹੜੇ ਤੇਰੇ ਅਸਲੀ ਸੱਜਣ ਮਿੱਤਰ ਸਨ, ਧਰਮੀ ਬੰਦੇ ਸਨ, ਤੈਨੂੰ ਚੰਗੀ ਨਸੀਹਤ ਦਿੰਦੇ ਸਨ, ਸਿੱਧੇ ਰਾਹ ਤੋਰਦੇ ਸਨ, ਉਹਨਾਂ ਨਾਲ ਵੈਰ ਕਰਨ ਲੱਗ ਪਿਆ, ਦਿਲੋਂ ਖਾਰ ਖਾਣ ਲੱਗ ਪਿਆ ਵੀ ਹਾਂ ਆਪਣੇ ਆਪ ਨੂੰ ਧਰਮੀ ਵੀ ਤੇ ਹਰ ਤਰ੍ਹਾਂ ਦੇ ਨਾਲ ਵੱਡਾ ਸਮਝਣ ਲੱਗ ਪਿਆ। ਇਹ ਮਨੁੱਖ ਦੀ ਬਹੁਤ ਵੱਡੀ ਕਮਜ਼ੋਰੀ ਹੈ। ਲਓ ਹਜ਼ੂਰ ਕਹਿੰਦੇ ਨੇ, ਛੋੜ ਜਾਹੇ ਤਿਨ ਹੀ ਸਿਉ ਸੰਗੀ, ਜਿਨ੍ਹਾਂ ਨੂੰ ਛੱਡ ਕੇ ਚਲੇ ਜਾਣਾ ਸੀ, ਭਾਵ ਜਿਹੜੇ ਵਿਸ਼ੇ ਵਿਕਾਰ ਨੇ, ਇਹਨਾਂ ਦਾ ਸੰਬੰਧ ਸਰੀਰ ਦੇ ਨਾਲ ਹੈ। ਜਿੰਨੇ ਪਦਾਰਥ ਨੇ, ਦੁਨੀਆ ਦੇ ਰਸ ਕਸ ਨੇ, ਇਹਨਾਂ ਦਾ ਸਰੀਰ ਨਾਲ ਸੰਬੰਧ ਹੈ। ਇੱਕ ਦਿਨ ਇਹਨਾਂ ਸਾਰਿਆਂ ਨੂੰ ਛੱਡ ਕੇ ਜਾਣਾ ਪੈਂਦਾ, ਪਰ ਇਹ ਮਨੁੱਖ ਉਹਨਾਂ ਦਾ ਸਾਥੀ ਬਣਿਆ ਹੋਇਆ। ਸਾਜਣ ਸਿਉ ਬਹਿਰਾਨਾ, ਜਿਹੜੇ ਸੱਜਣ ਨੇ, ਦੈਵੀ ਗੁਣ ਨੇ, ਸਤ ਸੰਤੋਖ ਆਦਿਕ ਨੇ, ਉਹਨਾਂ ਦੇ ਨਾਲ ਇਸ ਨੇ ਵੈਰ ਪਾਇਆ ਹੋਇਆ। ਔਗਣਾਂ ਨੂੰ, ਵਿਸ਼ੇ ਵਿਕਾਰਾਂ ਨੂੰ ਆਪਣਾ ਸਾਥੀ ਬਣਾਇਆ ਹੋਇਆ, ਤੇ ਜਿਹੜੇ ਅਸਲੀ ਸੱਜਣ ਨੇ, ਮਿੱਤਰ ਨੇ, ਦੈਵੀ ਗੁਣ ਨੇ, ਉਹਨਾਂ ਦੇ ਨਾਲ ਵੈਰ ਪਾ ਲਿਆ ਹੈ। ਸਗਲ ਸੰਸਾਰ ਇਹ ਹੈ ਬਿਦ ਵਿਆਪਿਓ, ਸੋ ਉਭਰਿਓ ਜਿਸ ਗੁਰ ਪੂਰਾ। ਲੋ ਹਜ਼ੂਰ ਕਹਿੰਦੇ ਨੇ, ਸਾਰਾ ਸੰਸਾਰ ਇਸੇ ਢੰਗ ਦੇ ਨਾਲ ਵਿਸ਼ੇ ਵਿਕਾਰਾਂ ਦੇ ਵਿੱਚ ਤੇ ਹੋਰ ਰਸਾਂ ਕਸਾਂ ਦੇ ਵਿੱਚ ਵਿਆਪਿਓ, ਖਚਤ ਹੋ ਰਿਹਾ ਹੈ। ਸੋ ਉਭਰਿਓ ਜਿਸ ਗੁਰ ਪੂਰਾ ਪਾਈ, ਇਹਨਾਂ ਵਿਸ਼ੇ ਵਿਕਾਰਾਂ ਤੋਂ, ਵਿਵਚਾਰਾਂ ਤੋਂ ਉਹੀ ਬਚਿਆ ਹੈ ਜਿਸ ਨੂੰ ਪੂਰਾ ਗੁਰੂ ਮਿਲ ਗਿਆ। ਕਹੋ ਨਾਨਕ ਭਵ ਸਾਗਰ ਤਰਿਓ, ਭਏ ਪੁਨੀਤ ਸਰੀਰਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਅਸੀਂ ਤੇ ਭਵ ਸਾਗਰ ਨੂੰ ਤਰ ਲਿਆ ਪੂਰੇ ਗੁਰੂ ਦੀ ਕਿਰਪਾ ਦੁਆਰਾ, ਇਸ ਡਰਾਉਣੇ ਸੰਸਾਰ ਸਮੁੰਦਰ ਨੂੰ ਤਰ ਲਿਆ ਹੈ। ਭਏ ਪੁਨੀਤ ਸਰੀਰਾ, ਕਿਉਂਕਿ ਵਾਹਿਗੁਰੂ ਦਾ ਨਾਮ ਜਪ ਕੇ, ਸੇਵਾ ਸਿਮਰਨ ਕਰਕੇ ਸਾਡੇ ਸਰੀਰ ਪਵਿੱਤਰ ਹੋ ਗਏ, ਜਿਸ ਦਾ ਸਦਕਾ ਅਸੀਂ ਭਵ ਸਾਗਰ ਤੋਂ ਪਾਰ ਹੋ ਗਏ ਹਾਂ। ਆਸਾ ਮਹੱਲਾ ਪੰਜਵਾਂ। ਦੋ ਪਦੇ ਲੋਕ ਮਾਨੋ ਸੋਈ ਤੁਮ ਪੇਖਿਓ, ਮੋੜ ਮੁਗਧ ਮੁਕਰਾਨੀ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਦੋ ਪਦਿਆਂ ਵਾਲਾ, ਦੋ ਪੌੜੀਆਂ ਵਾਲੇ ਦੋ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਮਨੁੱਖ ਦਾ ਸੁਭਾਅ ਹੈ, ਜਦੋਂ ਇਹਨੇ ਕੋਈ ਮਾੜਾ ਕੰਮ ਕਰਨਾ ਹੋਵੇ, ਨਿੰਦਿਆ ਚੁਗਲੀ ਕਰਨੀ ਹੋਵੇ, ਤੇ ਜਾਂ ਕੋਈ ਕਿਸੇ ਦੀ ਬਦਖੋਈ ਕਰਨੀ ਹੋਵੇ, ਤੇ ਜਾਂ ਕੋਈ ਵਿਕਾਰ ਵਿਵਚਾਰ ਕਰਨਾ ਹੋਵੇ, ਚੋਰੀ ਜਾਰੀ ਕਰਨੀ ਹੋਵੇ, ਫਿਰ ਲੋਕੀ ਕਰਦਾ, ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਹੋ ਕੇ ਕਰਦਾ। ਮਾੜਾ ਕੰਮ ਕਰਨ ਲਈ ਸਾਨੂੰ ਪਰਦਾ ਚਾਹੀਦਾ,
ਤੇ ਜੇ ਅਸੀਂ ਕੋਈ ਚੰਗਾ ਕੰਮ ਕਰਨਾ ਹੋਵੇ ਉਹਦੇ ਲਈ ਬੜਾ ਢੰਡੋਰਾ ਪਿੱਟਿਆ ਜਾਂਦਾ। ਇਹ ਮਨੁੱਖ ਦਾ ਸੁਭਾਅ ਹੀ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਸੁੰਦਰ ਸਿੱਖਿਆ ਸਾਨੂੰ ਬਖਸ਼ਿਸ਼ ਕਰਨ ਲੱਗੇ ਹਨ। ਪ੍ਰਭ ਮੇਰੇ ਸਭ ਬਿਦ ਆਗਿਆ ਜਾਨੀ, ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ, ਪਾਤਸ਼ਾਹ ਜੀ ਕੀ ਮਾਨੀ। ਰਹਾਓ, ਹਜ਼ੂਰ ਕਹਿੰਦੇ ਨੇ ਕਿ ਐ ਮੂਰਖਾ, ਪ੍ਰਭ ਮੇਰੇ ਸਭ ਬਿਦ ਆਗਿਆ ਜਾਨੀ, ਮੇਰੇ ਵਾਹਿਗੁਰੂ ਨੇ ਜੋ ਵੀ ਗੱਲ ਤੇਰੇ ਮਨ ਦੇ ਵਿੱਚ ਪੈਦਾ ਹੁੰਦੀ ਹੈ ਉਹ ਪਹਿਲਾਂ ਹੀ ਉਹ ਸਾਰੀ ਗੱਲ ਨੂੰ ਸਮਝ ਜਾਂਦਾ ਹੈ। ਕਿਉਂਕਿ ਕੋਈ ਵੀ ਚੰਗਿਆਈ ਜਾਂ ਬੁਰਿਆਈ ਸਾਡੇ ਮਨ ਤੋਂ ਹੀ ਪੈਦਾ ਹੁੰਦੀ ਹੈ। ਮਾੜਾ ਖਿਆਲ ਸਾਡੇ ਮਨ ਤੋਂ ਹੀ ਪੈਦਾ ਹੁੰਦਾ ਹੈ, ਸ਼ੁਭ ਖਿਆਲ ਵੀ ਮਨ ਤੋਂ ਹੀ ਪੈਦਾ ਹੁੰਦਾ ਹੈ। ਤੇ ਮਨ ਦੇ ਅੰਦਰਲੇ ਹਿੱਸੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਬੈਠਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਪ੍ਰਭ ਮੇਰੇ ਸਭ ਬਿਦ ਆਗਿਆ ਜਾਨੀ। ਐ ਮੂਰਖਾ, ਉਸ ਮੇਰੇ ਵਾਹਿਗੁਰੂ ਜੀ ਨੇ ਜੋ ਤੇਰੇ ਮਨ ਦੇ ਵਿੱਚ ਖਿਆਲ ਆਉਂਦਾ, ਤੇਰੇ ਮਨ ਵਿੱਚ ਫੁਰਨਾ ਪਿੱਛੋਂ ਪੈਦਾ ਹੁੰਦਾ, ਉਹ ਪਹਿਲਾਂ ਉਹਨੂੰ ਪਤਾ ਲੱਗ ਜਾਂਦਾ। ਕਿਉਂਕਿ ਫੁਰਨਾ ਉਹਦੀ ਚੇਤਨ ਸੱਤਾ ਦੇ ਨਾਲ ਹੀ ਫੁਰਦਾ। ਤੇਰੇ ਅੰਦਰ ਫੁਰਨਾ ਬਾਅਦ ਵਿੱਚ ਪੈਦਾ ਹੁੰਦਾ, ਤੂੰ ਮਗਰੋਂ ਸੋਚਦਾ, ਉਹਨੂੰ ਪਹਿਲਾਂ ਪਤਾ ਲੱਗ ਜਾਂਦਾ। ਇੱਕ ਬੜੀ ਸੁੰਦਰ ਸਿੱਖਿਆ ਹੈ। ਜਦੋਂ ਵੀ ਸਾਡੇ ਮਨ ਦੇ ਵਿੱਚ ਕੋਈ ਮਾੜਾ ਖਿਆਲ ਪੈਦਾ ਹੋਵੇ, ਉਸ ਵੇਲੇ ਇਹ ਸਮਝੋ ਵੀ ਰੱਬ ਨੂੰ ਇਹ ਹੁਣ ਪਤਾ ਲੱਗ ਗਿਆ, ਅਸੀਂ ਜੋ ਕੁਛ ਮਨ ਵਿੱਚ ਸੋਚਿਆ ਹੈ ਨਾ, ਹੁਣ ਰੱਬ ਨੂੰ ਪਤਾ ਲੱਗ ਗਿਆ। ਹਜ਼ੂਰ ਕਹਿੰਦੇ ਨੇ, ਐ ਮੂਰਖਾ, ਮੇਰੇ ਵਾਹਿਗੁਰੂ ਜੀ ਨੇ ਜੋ ਤੇਰੇ ਮਨ ਦੇ ਵਿੱਚ ਬਦੀ ਦਾ ਖਿਆਲ ਪੈਦਾ ਹੁੰਦਾ ਹੈ, ਚੋਰੀ ਯਾਰੀ ਦਾ ਤੇਰੇ ਮਨ ਵਿੱਚ ਸੰਕਲਪ ਜਾਗਦਾ ਹੈ, ਤੇ ਵਾਹਿਗੁਰੂ ਨੂੰ ਸਭ ਕੁਝ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ, ਉਹ ਭਰਮ ਦਿਆ ਲੁੱਟਿਆ ਹੋਇਆ ਤੂੰ ਫਿਰ ਆਪਣੇ ਕੀਤੇ ਉੱਤੇ ਪਰਦਾ ਪਾਈ ਰੱਖਦਾ, ਵੀ ਕਿਸੇ ਨੂੰ ਪਤਾ ਨਾ ਲੱਗ ਜਾਵੇ। ਚੋਰੀ ਕਰਕੇ, ਯਾਰੀ ਕਰਕੇ, ਨਿੰਦਿਆ ਚੁਗਲੀ ਕਰਕੇ ਤੇ ਫਿਰ ਪਰਦਾ ਉੱਤੇ ਬਣਾਉਣਾ। ਪਾਤਸ਼ਾਹ ਜੀ ਕੀ ਮਾਨੀ। ਤੇ ਸਤਿਗੁਰੂ ਕਹਿੰਦੇ ਨੇ ਵੀ ਪਿੱਛੋਂ ਭਾਵ ਜਦੋਂ ਸਾਹਮਣੇ ਤੇ ਲੋਕਾਂ ਤੇ ਤੂੰ ਪਰਦਾ ਰੱਖਦਾ, ਪਰ ਪਿੱਛੋਂ ਜੋ ਤੇਰੇ ਜੀ ਦੀ ਗੱਲ ਹੁੰਦੀ ਹੈ, ਤੇਰੇ ਮਨ ਦੀ ਗੱਲ ਹੁੰਦੀ ਹੈ, ਮਾਨੀ, ਉਹਨੂੰ ਮੰਨ ਵੀ ਲੈਂਦਾ। ਕਿਉਂਕਿ ਕਈ ਆਦਮੀਆਂ ਦਾ ਸੁਭਾਅ ਹੁੰਦਾ ਹੈ, ਜਦੋਂ ਲੋਕਾਂ ਵਿੱਚ ਗੱਲ ਕਰਦੇ ਨੇ ਉਸ ਵੇਲੇ ਤਾਂ ਝੂਠ ਬੋਲਦੇ ਨੇ, ਤੇ ਜਦੋਂ ਫਿਰ ਆਪਣੇ ਜਿਗਰੀ ਯਾਰਾਂ ਨਾਲ ਗੱਲ ਕਰਦੇ ਨੇ ਉੱਥੇ ਆਪਣੀ ਗੱਲ ਮੰਨ ਵੀ ਲੈਂਦੇ, ਪਿੱਛੋਂ ਮੰਨ ਵੀ ਲੈਂਦੇ, ਹਾਂ ਵੀ ਅਸੀਂ ਇਹ ਗੱਲ ਕੀਤੀ ਸੀ, ਪਰ ਲੋਕਾਂ ਸਾਹਮਣੇ ਝੂਠ ਜ਼ਰੂਰ ਬੋਲਦੇ ਨੇ। ਇਹ ਮਨੁੱਖ ਦਾ ਸੁਭਾਅ ਬਣਿਆ ਹੋਇਆ। ਪਰ ਹਜ਼ੂਰ ਕਹਿੰਦੇ, ਉਹ ਭਰਮ ਦਿਆ ਲੁੱਟਿਆ ਹੋਇਆ ਤੂੰ ਆਪਣੇ ਪਾਪਾਂ ਤੇ ਪਰਦਾ ਬਣਾਈ ਰੱਖਦਾ, ਆਪਣੇ ਗੁਨਾਹਾਂ ਨੂੰ ਛੁਪਾਈ ਰੱਖਦਾ, ਤੇ ਪਿੱਛੋਂ ਜਿਹੜੀ ਤੇਰੀ ਜੀ ਦੀ ਗੱਲ ਹੈ ਤੇ ਉਹਨੂੰ ਮੰਨ ਵੀ ਲੈਣਾ। ਭਾਵ ਆਪਣੇ ਜਿਗਰੀ ਯਾਰਾਂ ਕੋਲੇ ਜਾਂ ਕੋਈ ਵਡਿਆ ਕੇ ਤੇਰੇ ਕੋਲੋਂ ਕੋਈ ਗੱਲ ਪੁੱਛੇ, ਫਿਰ ਮੰਨ ਵੀ ਜਾਣਾ ਵੀ ਹਾਂ ਮੈਂ ਆਹ ਕੰਮ ਕੀਤਾ ਸੀ, ਆਹ ਮੈਂ ਬੁਰਾਈ ਕੀਤੀ ਸੀ, ਆਹ ਮੈਂ ਬਦਖੋਈ ਕੀਤੀ ਸੀ। ਲਾਲਚ ਦੇ ਨਾਲ, ਡਰ ਦੇ ਨਾਲ ਮੰਨਦਾ, ਪਰ ਰੱਬ ਤੋਂ ਨਹੀਂ ਤੂੰ ਮੰਨਦਾ। ਇਹ ਤੇਰਾ ਸੁਭਾਅ ਬਣਿਆ ਹੋਇਆ। ਲਓ ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ, ਲੋਕ ਮਾਨੋ ਸੋਈ ਤੁਮ ਪੇਖਿਓ, ਮੂੜ ਮੁਗਧ ਮੁਕਰਾਨੀ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਜੋ ਇਸ ਮਨੁੱਖ ਨੇ ਲੁਕ ਕੇ ਵੀ ਕੋਈ ਕੰਮ ਕੀਤਾ ਹੈ ਨਾ, ਦੇਕ ਵਾਰ ਅਨਕ ਪੜਦੇ ਮਹਿ, ਪਰਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਢੱਕ ਹੈ। ਠੀਕ ਹੈ, ਤੂੰ ਜਿੰਨਾ ਮਰਜੀ ਲੁਕ ਲੋ ਕੇ ਵਿਕਾਰ ਭੋਗ ਲੈ, ਪਰ ਸਤਿਗੁਰੂ ਕਹਿੰਦੇ ਨੇ ਇਸ ਜੀਵ ਨੇ ਜੋ ਵੀ ਲੁਕ ਕੇ ਕੰਮ ਕੀਤਾ ਉਹ ਤੁਸਾਂ ਜਾਣ ਲਿਆ। ਮੂੜ ਮੁਗਧ ਮੁਕਰਾਨੀ, ਪਰ ਇਹ ਜੀਵ ਐਸਾ ਮੂਰਖ ਤੇ ਨਾ ਸਮਝ ਹੈ, ਜਦੋਂ ਲੋਕਾਂ ਦੇ ਵਿੱਚ ਗੱਲ ਹੁੰਦੀ ਉੱਥੇ ਮੁੱਕਰ ਜਾਂਦਾ ਵੀ ਮੈਂ ਇਹ ਕੰਮ ਕੀਤਾ ਹੀ ਨਹੀਂ। ਆਪ ਕਮਾਨੇ ਕੌਲੇ ਬੰਦੇ, ਫਿਰ ਪਾਛੈ ਪਛਤਾਨੀ। ਹਜ਼ੂਰ ਕਹਿੰਦੇ ਨੇ, ਇਸ ਮਨੁੱਖ ਨੇ ਜੋ ਆਪ ਕੋਈ ਚੰਗਾ ਮਾੜਾ ਕੰਮ ਕੀਤਾ ਹੁੰਦਾ ਤੇ ਫਿਰ ਉਸੇ ਨੂੰ ਲੈ ਕੇ, ਉਸੇ ਨੂੰ ਮੁੱਖ ਰੱਖ ਕੇ ਜੀਵ ਨੂੰ ਬੰਨਿਆ ਜਾਂਦਾ ਹੈ। ਤੇ ਜਦੋਂ ਬੰਨਿਆ ਜਾਂਦਾ ਹੈ ਫਿਰ ਪਾਛੈ ਪਛਤਾਨੀ, ਫਿਰ ਪਿੱਛੋਂ ਪਛਤਾਉਂਦਾ। ਇਹਦਾ ਮਤਲਬ ਇਹ ਹੈ, ਜਦੋਂ ਆਦਮੀ ਕੋਈ ਮਾੜਾ ਕੰਮ ਕਰਦਾ ਹੈ ਪਹਿਲਾਂ ਤੇ ਲੁਕਾ ਕੇ ਕਰਦਾ, ਤੇ ਜਦੋਂ ਲੋਕਾਂ ਨੂੰ ਪਤਾ ਲੱਗਦਾ ਫਿਰ ਉੱਥੇ ਜਾ ਕੇ ਝੂਠ ਬੋਲਦਾ, ਮੁੱਕਰ ਜਾਂਦਾ, ਮੈਂ ਇਹ ਕੰਮ ਨਹੀਂ ਕੀਤਾ। ਫਿਰ ਜਦੋਂ ਸਬੂਤ ਸਾਹਮਣੇ ਪੇਸ਼ ਆ ਜਾਂਦੇ ਨੇ ਤੇ ਫਿਰ ਆਪਣੇ ਕੀਤੇ ਕੰਮ ਦੇ ਵਿੱਚ ਫਿਰ ਵੱਜ ਜਾਂਦਾ, ਫਸ ਜਾਂਦਾ। ਜਦੋਂ ਸਬੂਤ ਸਾਹਮਣੇ ਆ ਜਾਵੇ ਫਿਰ ਕੋਈ ਜਵਾਬ ਨਹੀਂ ਹੁੰਦਾ,
फिर पातशाह पछतानी, फिर जदों ऐन प्रूफ सामने आ जाता है फिर पिछों पश्चाताप करता भी मैं काम काहनूं करना सी। प्रभ मेरे सब विद आज्ञा जानी, भ्रम के मूसे तू राखत परदा, पातशाह जी की मानी। हजूर कहते ने ऐ मूर्खा, उस मेरे वाहिगुरु जी ने जो भी तू काम कीता ते करना चाहे, जदों तेरे मन दे विच फुरना उठिया सारी गल सारी तरकीब उसने पहला ही जान लई। ऐ भरम दे मूसे लुटे होए तू उस रब तो पर्दा रखदा फिरदा, तू उस तो किवें अपना पर्दा रख सकदा। पातशाह जी की मानी याद रख, तू पिठ पिछे तां अपने दिल दी गल नूं मनदा जो तेरे मन च लुकी हुंदी है, पर सामने तू झूठ बोल जाना, ये तेरी आदत गलत है। रहाओ विश्राम दे के हजूर अगे फिर तरस विच आके कहंदे ने, जित जित लाए तित तित लागे, क्या को करे परानी। हे वाहिगुरु जी, ये जिन्ने भी प्राणाधारी जीव ने जिथे जिथे तुसां लाए ने उसे उसे पासे लगे हुए ने, क्या को करे प्राणी। कोई प्राणी जीव अपने आप की कर सकता है, किसी दे अपनी हथ वस कुछ भी नहीं है। जित जित लावो तित लगे हर नाथ, नानक इनका कशु न हाथ। भी ये तरस विच आके सतगुरु ने बचन आखे ने, बख्श लहो पार ब्रह्म सुआमी, नानक सद कुर्बानी। हे पापां पुन्नां तो परे ब्रह्म व्यापक स्वरूप दीन दुनिया दे मालक वाहिगुरु जी, किरपा करो तुसी सानू बख्श लो। असी गुनाहगार हां, असी चोर हां, असी डाकू हां, असी करैक्टरलैस हां, ते सानू किरपा करके बख्श लो। नानक सद कुर्बानी। हजूर कहंदे मैं हमेशा लई तेथों सदके जाना हां। आसा महला पंजवा, अपने सेवक की आपे राखै, आपे नाम जपावै। धन गुरु अर्जन देव महाराज सच्चे पातशाह हुण इस शब्द दे अंदर जो अकाल पुरख वाहिगुरु दा बिरद है, हर जुग जुग भगतो पाया पैज रखदा आया राम राजे, ਉਹਦਾ ਇਹਦੇ ਵਿੱਚ ਪ੍ਰਗਟਾਵਾ ਕਰਦੇ ਨੇ। ਸੇਵਕ ਕੋ ਨਿਕਟੀ ਹੋਈ ਦਿਖਾਵੇ। ਉਹ ਅਕਾਲ ਪੁਰਖ ਦਾ ਐਸਾ ਬਿਰਦ ਹੈ, ਉਹ ਆਪਣੇ ਸੇਵਕ ਨੂੰ ਨੇੜੇ ਹੋ ਕੇ ਦਿਖਾਉਂਦਾ ਹੈ, ਕਿਉਂਕਿ ਜਿਹਦੇ ਨਾਲ ਪ੍ਰੇਮ ਹੋਵੇ ਤੇ ਫਿਰ ਉਹਦੇ ਨੇੜੇ ਹੋ ਕੇ ਦਿਖਾਉਂਦਾ ਵੀ ਹਾਂ ਮੈਂ ਇਹਦੇ ਕੋਲੇ ਖੜਾ, ਮੈਂ ਇਹਦੇ ਨਾਲ ਹਾਂ। ਇਉਂ ਵਾਹਿਗੁਰੂ ਆਪਣੇ ਸੇਵਕਾਂ ਦੇ ਨੇੜੇ ਹੋ ਕੇ ਦਿਖਾਉਂਦਾ। ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ। ਵੀ ਜੋ ਵਾਹਿਗੁਰੂ ਦਾ ਸੇਵਕ ਉਸ ਪਰਮ ਪਿਤਾ ਅਕਾਲ ਪੁਰਖ ਦੇ ਪਾਸ ਜੋ ਜੋ ਬਚਨ ਕਰਦੇ, ਜੋ ਜੋ ਬੇਨਤੀ ਕਰਦਾ ਹੈ, ਤਤਕਾਲ ਹੋਏ ਆਵੇ। ਤੇ ਉਹ ਬਚਨ ਤਤਕਾਲ ਦਾ ਅਰਥ ਵੀ ਉਸੇ ਵੇਲੇ ਉਹ ਬਚਨ ਪੂਰਾ ਹੋ ਜਾਂਦਾ। ਭਾਵ ਜੋ ਵੀ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ, ਉਹ ਕਾਰਜ ਉਸੇ ਵੇਲੇ ਸੰਪੂਰਨ ਹੋ ਜਾਂਦਾ ਹੈ, ਕਿਉਂਕਿ ਹਜ਼ੂਰ ਦੇ ਬਚਨ ਹੈ ਸੇਵਕ ਕੋ ਨਿਕਟੀ ਹੋਏ ਦਿਖਾਵੇ। ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਸੇਵਕਾਂ ਦੇ ਨੇੜੇ ਹੋ ਕੇ ਦਿਖਾਉਂਦਾ ਹੈ। ਆਪਣੇ ਸੇਵਕ ਹੀ ਆਪੇ ਰਾਖੈ, ਆਪੇ ਨਾਮ ਜਪਾਵੈ। ਉਹ ਵਾਹਿਗੁਰੂ ਆਪਣੇ ਸੇਵਕ ਦੀ ਪੈਜ ਵਡਿਆਈ ਇੱਜ਼ਤ ਆਪ ਰੱਖਦਾ ਹੈ ਤੇ ਆਪ ਹੀ ਵਾਹਿਗੁਰੂ ਆਪਣੇ ਸੇਵਕਾਂ ਪਾਸੋਂ ਨਾਮ ਜਪਾਉਂਦਾ ਹੈ। ਜਹ ਜਹ ਕਾਜ ਕਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ। ਲਓ ਜਿੱਥੇ ਜਿੱਥੇ ਉਸ ਸੇਵਕ ਦਾ ਕੋਈ ਕਾਰਜ ਹੁੰਦਾ ਹੈ ਜਾਂ ਕੋਈ ਹੋਰ ਕਰਨ ਵਾਲੀ ਕਿਰਤ ਹੁੰਦੀ ਹੈ, ਤਹਾਂ ਤਹਾਂ ਉਠ ਧਾਵੈ। ਵਾਹਿਗੁਰੂ ਉੱਥੇ ਉੱਥੇ ਉੱਠ ਕੇ ਦੌੜਦਾ ਹੈ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਪਤਾ ਲੱਗਦਾ ਹੈ ਭਗਤ ਕਬੀਰ ਜੀ ਦਾ ਵਾਹਿਗੁਰੂ ਨੇ ਜਗ ਸੰਪੂਰਨ ਕੀਤਾ ਤੇ ਨਾਮਦੇਵ ਦੀ ਛਪਰੀ ਬੰਨੀ ਤੇ ਧੰਨੇ ਦੀਆਂ ਗਊਆਂ ਵੀ ਚਾਰੀਆਂ। ਜਿੱਥੇ ਜਿੱਥੇ ਵਾਹਿਗੁਰੂ ਨੂੰ ਭਗਤ ਯਾਦ ਕਰਦੇ ਨੇ ਤੇ ਉੱਥੇ ਉੱਥੇ ਵਾਹਿਗੁਰੂ ਉੱਠ ਕੇ ਦੌੜਦਾ, ਉਹਨਾਂ ਦੇ ਕੰਮ ਸਵਾਰਦਾ ਹੈ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪਹਿ ਸੇਵਕ, ਤਤਕਾਲ ਹੋਏ ਆਵੈ। ਰਹਾਉ ਉਹ ਵਾਹਿਗੁਰੂ ਆਪਣੇ ਸੇਵਕਾਂ ਦੇ ਨੇੜੇ ਹੋ ਕੇ ਦਿਖਾਉਂਦਾ ਹੈ। ਜੋ ਜੋ ਸੇਵਕ ਉਸ ਵਾਹਿਗੁਰੂ ਦੇ ਪਾਸ ਆਖਦਾ ਹੈ, ਜੋ ਜੋ ਬੇਨਤੀ ਕਰਦਾ ਹੈ, ਤਤਕਾਲ ਹੋਏ ਆਵੈ। ਉਹ ਕੰਮ ਉਸੇ ਵੇਲੇ ਹੋ ਜਾਂਦਾ। ਵਾਹਿਗੁਰੂ ਭਗਤਾਂ ਦੀ ਬੇਨਤੀ ਨੂੰ ਬਹੁਤ ਛੇਤੀ ਪ੍ਰਵਾਨ ਕਰਦਾ। ਜਿਵੇਂ ਕੋਈ ਆਗਿਆਕਾਰੀ ਪੁੱਤਰ ਹੋਵੇ ਤੇ ਉਹਦੀ ਹਰ ਗੱਲ ਨੂੰ ਪਿਤਾ ਸਵੀਕਾਰ ਕਰਦਾ ਵੀ ਹਾਂ ਇਹ ਮੇਰਾ ਕਹਿਣਾ ਮੰਨਦਾ ਹੈ, ਜੋ ਇਹ ਕਹਿੰਦਾ ਇਹਦੀ ਮੰਗ ਪੂਰੀ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਆਪਣੇ ਸੇਵਕਾਂ ਦੀ ਕਈ ਗੱਲ ਨੂੰ ਬਹੁਤ ਛੇਤੀ ਪ੍ਰਵਾਨ ਕਰਦਾ ਹੈ। ਰਹਾਉ ਤੇ ਸੇਵਕ ਹੈ ਹਉ ਬਲਿਹਾਰੀ, ਜੋ ਆਪਣੇ ਪ੍ਰਭ ਭਾਵੈ।
ਲੋ ਹਜ਼ੂਰ ਕਹਿੰਦੇ ਨੇ ਮੈਂ ਉਹ ਸੇਵਕ ਤੋਂ ਬਲਿਹਾਰ ਜਾਨਾ ਹਾਂ, ਸਦਕੇ ਜਾਨਾ ਹਾਂ, ਜੋ ਆਪਣੇ ਪ੍ਰਭ ਭਾਵੈ, ਜੋ ਆਪਣੇ ਪ੍ਰਭੂ ਦੇ ਮਨ ਨੂੰ ਪਾ ਜਾਂਦਾ ਹੈ। ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਨ ਆਵੈ। ਹਜ਼ੂਰ ਕਹਿੰਦੇ ਨੇ ਉਸ ਸੇਵਕ ਦੀ ਸੋਏ ਦਾ ਅਰਥ ਸੋਭਾ ਨੂੰ ਸੁਣ ਕੇ, ਉਹਦੀ ਵਡਿਆਈ ਨੂੰ ਸੁਣ ਕੇ ਮੇਰਾ ਮਨ ਹਰਾ ਭਰਾ ਹੋ ਜਾਂਦਾ ਹੈ। ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਤਿਸ ਕੀ ਸੋਏ ਸੁਣੀ ਮਨ ਹਰਿਆ, ਉਸ ਸੇਵਕ ਦੀ ਮਹਾਂਪੁਰਖ ਦੀ ਸੋਭਾ ਸੁਣ ਕੇ ਮੇਰਾ ਮਨ ਹਰਾ ਭਰਾ ਹੋ ਗਿਆ। ਤਿਸ ਨਾਨਕ ਪਰਸਨ ਆਵੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੇਰਾ ਮਨ ਚਾਹੁੰਦਾ ਮੈਂ ਉਸ ਸੇਵਕ ਦੇ ਚਰਨਾਂ ਨੂੰ ਪਰਸਣ ਵਾਸਤੇ ਆਵਾਂ, ਇਸ ਲਈ ਮੈਂ ਹਰ ਵੇਲੇ ਐਸੇ ਮਹਾਂਪੁਰਖ ਦੇ ਚਰਨਾਂ ਦੀ ਸ਼ੋਭ ਪ੍ਰਾਪਤ ਕਰਨ ਲਈ ਤਿਆਰ ਰਹਿੰਦਾ ਹਾਂ। ਆਸਾ ਕਰ 11ਵਾਂ ਮਹੱਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਟੂਆ ਪੇਕ ਦਿਖਾਵੈ ਬਹੁ ਬਿਧ, ਜੈਸਾ ਹੈ ਉਹ ਤੈਸਾ ਰੇ। ਲਓ ਹੁਣ ਅੱਗੇ ਆਸਾ ਰਾਗ ਦੇ ਵਿੱਚ ਕਰ 11ਵੇਂ ਕਰ ਸੁਰਤਾਲ ਦੇ ਵਿੱਚ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਪਵਿੱਤਰ ਬਾਣੀ ਉਚਾਰਨ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਤੇ ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਪਾਈ ਮਿਲਦਾ ਹੈ। ਹੁਣ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਗੁਰਸਿੱਖ ਮਹਾਂਪੁਰਖ ਨੇ ਉਹਨਾਂ ਨੂੰ ਸੱਜਣ ਸੰਤ ਮਿੱਤਰ ਕਹਿ ਕੇ ਤੇ ਉਹਨਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਹਨ। ਸਾਜਣ ਸੰਤ ਹਮਾਰੇ ਮੀਤਾ, ਬਿਨ ਹਰ ਹਰ ਆਨੀਤਾ ਰੇ। ਸਾਧ ਸੰਗ ਮਿਲ ਹਰ ਗੁਣ ਗਾਏ, ਇਹੋ ਜਾਨੂ ਪਦਾਰਥ ਜੀਤਾ ਰੇ। ਰਹਾਉ ਹਜ਼ੂਰ ਕਹਿੰਦੇ ਨੇ ਸਾਜਣ ਸੰਤ ਹਮਾਰੇ ਮੀਤਾ, ਜਿਹੜੇ ਵਾਹਿਗੁਰੂ ਦੇ ਸੰਤ ਨੇ, ਪੂਰਨ ਸੰਤ ਦੀ ਅਵਸਥਾ ਸਤਿਗੁਰੂ ਨੇ ਬਾਣੀ ਵਿੱਚ ਲਿਖੀ ਹੈ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਹਜ਼ੂਰ ਕਹਿੰਦੇ ਜਿਹੜੇ ਸੰਤ ਹਮਾਰੇ, ਜਿਹੜੇ ਵਾਹਿਗੁਰੂ ਦੇ ਸੰਤ ਨੇ, ਉਹ ਸਾਡੇ ਸੱਜਣ ਮਿੱਤਰ ਨੇ, ਮਨ ਦੇ ਮੇਲੀ ਨੇ, ਤਨ ਦੇ ਵੀ ਮੇਲੀ ਨੇ। ਬਿਨ ਹਰ ਹਰ ਆਨੀਤਾ ਰੇ, ਉਹਨਾਂ ਨੂੰ ਸੰਬੋਧਨ ਕਰਕੇ ਆਖਦੇ ਨੇ ਵੀ ਐ ਸੰਤੋ, ਸਾਡੇ ਸੱਜਣੋ ਮਿੱਤਰੋ, ਇਹ ਗੱਲ ਯਾਦ ਰੱਖੋ, ਬਿਨਾਂ ਅਕਾਲ ਪੁਰਖ ਵਾਹਿਗੁਰੂ ਤੋਂ, ਉਹਦੇ ਨਾਮ ਤੋਂ ਆਨੀਤਾ ਰੇ, ਜੋ ਵੀ ਕੁਝ ਤੁਸੀਂ ਵੇਖ ਰਹੇ ਹੋ, ਆਨੀਤਾ ਦਾ ਅਰਥ ਵੀ ਉਹ ਅਨਿਤ ਹੈ, ਮਿਥਿਆ ਹੈ, ਸਭ ਕੁਝ ਝੂਠ ਹੈ। ਸਾਧ ਸੰਗ ਮਿਲ ਹਰ ਗੁਣ ਗਾਏ, ਜਨਮ ਪਦਾਰਥ ਜੀਤਾ ਰੇ। ਹਾਂ, ਜਿਸਨੇ ਸਾਧ ਸੰਗਤ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਗੁਣ ਗਾਏ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਹੈ, ਇਹ ਜਨਮ ਪਦਾਰਥ ਜੀਤਾ ਰੇ। ਹੈ ਭਾਈ, ਉਹਨਾਂ ਨੇ ਇਸ ਮਨੁੱਖਾ ਜਨਮ ਰੂਪੀ ਪਦਾਰਥ ਨੂੰ ਜਿੱਤ ਲਿਆ ਹੈ। ਜਿੱਤਣ ਤੋਂ ਮੁਰਾਦ ਹੈ ਵੀ ਉਹਨਾਂ ਨੇ ਇਸ ਮਨੁੱਖਾ ਜਨਮ ਨੂੰ ਸਫਲਾ ਕਰ ਲਿਆ, ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦੇ ਗੁਣ ਗਾਏ ਨੇ। ਲਉਣ ਆਰੰਭ ਤੋਂ ਹਜ਼ੂਰ ਫਰਮਾਉਂਦੇ ਹਨ, ਨਟੂਆ ਪੇਕ ਦਿਖਾਵੈ ਬਹੁ ਬਿਧ, ਜੈਸਾ ਹੈ ਉਹ ਤੈਸਾ ਰੇ। ਹਜ਼ੂਰ ਕਹਿੰਦੇ ਨੇ ਜਿਵੇਂ ਨਟ ਬਹੁ ਰੂਪੀਆ, ਬਹੁਤ ਤਰ੍ਹਾਂ ਦੇ ਭੇਖ ਧਾਰਨ ਕਰਕੇ ਦਿਖਾਉਂਦਾ ਹੈ। ਕਦੇ ਰਾਜਾ ਬਣ ਜਾਂਦਾ ਹੈ, ਕਦੇ ਵਜ਼ੀਰ ਬਣ ਜਾਂਦਾ ਹੈ, ਕਦੇ ਭਿਖਾਰੀ ਬਣ ਜਾਂਦਾ ਹੈ, ਕਦੇ ਚੋਰ ਬਣ ਜਾਂਦਾ ਹੈ, ਕਦੇ ਡਾਕੂ ਬਣ ਜਾਂਦਾ ਹੈ। ਜੈਸਾ ਹੈ ਉਹ ਤੈਸਾ ਰੇ। ਪਰ ਵਾਸਤਵ ਦੇ ਵਿੱਚ ਜਿਹੋ ਜਿਹਾ ਉਹ ਅੰਦਰੋਂ ਹੁੰਦਾ ਹੈ ਤੇ ਉਹੋ ਜਿਹਾ ਹੀ ਹੋ ਰਹਿੰਦਾ ਹੈ। ਬਾਹਰੋਂ ਹੀ ਭੇਖ ਬਦਲਦਾ ਹੈ, ਪਰ ਅੰਦਰੋਂ ਤਾਂ ਉਹੀ ਰਹਿੰਦਾ ਹੈ। ਅਨਕ ਜੋਨ ਭ੍ਰਮਿਓ ਭ੍ਰਮ ਪੀਤਰ, ਸੁਖੈ ਨਾਹੀ ਪਰਵੇਸ਼ਾ ਰੇ। ਹੇ ਭਾਈ, ਇਸੇ ਤਰ੍ਹਾਂ ਇਹ ਜਿਹੜਾ ਜੀਵ ਹੈ, ਅਨੇਕਾਂ ਦੁਨੀਆਂ ਦੇ ਵਿੱਚ ਅਨਕ ਜੋਨ ਭ੍ਰਮਿਓ ਭ੍ਰਮ ਪੀਤਰ, ਵੀ ਭਰਮ ਮਨ ਦੇ ਵਿੱਚ ਭਰਮ ਹੋਣ ਕਰਕੇ ਅਨੇਕਾਂ ਜੂਨਾਂ ਦੇ ਵਿੱਚ ਭਰਮ ਦਾ ਆਇਆ ਹੈ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਕਜ ਮੀਨ ਕੁਰੰਗਾ। ਭਾਵ ਇਹ ਜਿਹੜਾ ਜੀਵ ਹੈ, ਇਹ ਵੀ ਨਟ ਵਾਂਗੂ ਹੈ। ਜਿਵੇਂ ਨਟ ਕਈ ਤਰ੍ਹਾਂ ਦੇ ਭੇਖ ਧਾਰਨ ਕਰਕੇ ਦਿਖਾਉਂਦਾ ਹੈ, ਇਸੇ ਤਰ੍ਹਾਂ ਇਹ ਜੀਵ ਅਨੇਕਾਂ ਜੂਨਾਂ ਧਾਰਨ ਕਰਕੇ ਕਦੇ ਮਨੁੱਖ, ਕਦੇ ਕੋਈ ਪਸ਼ੂ ਪੰਛੀ, ਕਦੇ ਕੁਛ ਬਣਦਾ ਹੈ। ਸੁਖੈ ਨਾਹੀ ਪਰਵੇਸ਼ਾ ਰੇ। ਪਰ ਇਹ ਜਿਹੜਾ ਜੀਵ ਹੈ, ਜਿਹੜਾ ਅਸਲੀ ਆਤਮਕ ਸੁਖ ਦੇ ਵਿੱਚ ਪ੍ਰਵੇਸ਼ ਨਹੀਂ ਹੁੰਦਾ,
ਜੇ ਆਤਮਿਕ ਸੁਖ ਦੇ ਵਿੱਚ ਪ੍ਰਵੇਸ਼ ਹੋ ਜਾਵੇ ਤੇ ਫਿਰ ਇਹਨੂੰ ਸदैवी ਸੁਖ ਪ੍ਰਾਪਤ ਹੋ ਸਕਦਾ ਹੈ। ਸਾਜਣ ਸੰਤ ਹਮਾਰੇ ਮੀਤਾ ਬਿਨ ਹਰ ਹਰ ਆਨੀਤਾ ਰੇ, ਸਾਧ ਸੰਗ ਮਿਲ ਹਰ ਗੁਣ ਗਾਏ ਇਹੋ ਜਨਮ ਪਦਾਰਥ ਜੀਤਾ ਰੇ। ਰਹਾਉ ਹਜ਼ੂਰ ਕਹਿੰਦੇ ਨੇ ਵੀ ਐ ਵਾਹਿਗੁਰੂ ਦੇ ਪਿਆਰੇ ਸੰਤ ਜਨੋ ਤੇ ਸਾਡੇ ਸੱਜਣੋ ਮਿੱਤਰੋ, ਸਾਡੇ ਮਨ ਦੇ ਮੇਲਿਓ ਤੇ ਤਨ ਦੇ ਵੀ ਸੰਗਿਓ, ਇਹ ਗੱਲ ਯਾਦ ਰੱਖੋ, ਬਿਨਾਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਹੋਰ ਸਭ ਕੁਝ ਅਨੀਤਾ ਹੈ, ਅਨੀਤਾ ਰੇ, ਸਭ ਕੁਝ ਅਨਿਤ ਹੈ, ਮਿਥਿਆ ਹੈ, ਝੂਠਾ ਹੈ, ਬੇਕਾਰ ਹੈ, ਫਜ਼ੂਲ ਹੈ। ਸਾਧ ਸੰਗ ਮਿਲ ਹਰ ਗੁਣ ਗਾਏ, ਜਿਸਨੇ ਸਾਧ ਸੰਗਤ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਗੁਣ ਗਾਏ ਇਹੋ ਜਨਮ ਪਦਾਰਥ ਜੀਤਾ ਰਹੇ। ਭਾਈ ਉਸਨੇ ਮਨੁੱਖਾ ਜਨਮ ਰੂਪੀ ਪਦਾਰਥ ਨੂੰ ਜਿੱਤ ਲਿਆ ਹੈ, ਭਾਵ ਇਹਨੂੰ ਸਫਲ ਕਰ ਲਿਆ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਤ੍ਰੈਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਵਨ ਬਿਦ ਤਰੀਐ ਰੇ। ਇਹ ਜਿਹੜੀ ਤਿਰਗੁਣੀ ਮਾਇਆ ਹੈ, ਰਾਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨਾ ਤਿਨਹੀ ਪਰਮ ਪਦ ਪਾਇਆ। ਇਹ ਜਿਹੜੀ ਤਿੰਨ ਗੁਣ ਰੂਪ ਮਾਇਆ ਹੈ, ਗੀਤਾ ਵਿੱਚ ਵੀ ਕ੍ਰਿਸ਼ਨ ਜੀ ਨੇ ਲਿਖਿਆ ਹੈ, ਅਜਾ ਮੇਕ ਲੋਹਤ ਸਫਟਕ ਕ੍ਰਿਸ਼ਨਾ। ਇਹ ਜਿਹੜੀ ਅਜਾ ਦਾ ਅਰਥ ਮਾਇਆ ਹੈ, ਇਹਦੇ ਤਿੰਨ ਰੰਗ ਨੇ, ਲੋਹਤ ਸਫਟਕ ਕ੍ਰਿਸ਼ਨਾ। ਲੋਹਤ ਲਾਲ, ਸਫਟਕ ਚਿੱਟਾ ਸਫੈਦ ਵਾਈਟ ਤੇ ਕ੍ਰਿਸ਼ਨਾ ਕਾਲਾ। ਇਵੇਂ ਮਾਇਆ ਦੇ ਤਿੰਨ ਰੰਗ ਨੇ। ਤ੍ਰੈਗੁਣ ਮਾਇਆ ਬ੍ਰਹਮ ਕੀ ਕੀਨੀ, ਜਿਹੜੀ ਤਿਰਗੁਣੀ ਮਾਇਆ ਵਾਹਿਗੁਰੂ ਦੀ ਪੈਦਾ ਕੀਤੀ ਹੋਈ ਹੈ। ਕਹੋ ਕਵਨ ਬਿਦ ਤਰੀਆ ਰੇ, ਹੇ ਭਾਈ ਦੱਸੋ ਇਹਨੂੰ ਕਿਸ ਤਰੀਕੇ ਨਾਲ ਤਰਿਆ ਜਾਵੇ। ਕ੍ਰਿਸ਼ਨ ਜੀ ਨੇ ਇਹ ਵੀ ਲਿਖਿਆ ਹੈ, ਮਮੀ ਮਾਇਆ ਦੁਰਤਿਆ, ਵੀ ਇਹ ਜਿਹੜੀ ਮੇਰੀ ਮਾਇਆ ਹੈ ਨਾ, ਇਹ ਇੱਕ ਐਸੀ ਨਦੀ ਜਿਸ ਨੂੰ ਤਰਨਾ ਬਹੁਤ ਕਠਿਨ ਹੈ। ਅੱਜ ਜਿਵੇਂ ਪਹਾੜੀ ਇਲਾਕਿਆਂ ਵਿੱਚ ਤੁਸੀਂ ਜਾਓ, ਜਦੋਂ ਕਿਤੇ ਪਹਾੜਾਂ ਵਿੱਚ ਬਰਸਾਤ ਹੁੰਦੀ ਹੈ, ਫਿਰ ਉਹ ਜਿਹੜੀਆਂ ਪਹਾੜੀ ਨਦੀਆਂ ਨੇ ਉਹਨਾਂ ਵਿੱਚ ਪਾਣੀ ਇੰਨਾ ਤੇਜ਼ ਹੁੰਦਾ ਹੈ ਤੇ ਉਹ ਕਿਨਾਰੇ ਤੇ ਖੜਿਆਂ ਦੇ ਵੀ ਪੈਰ ਨਹੀਂ ਲੱਗਣ ਦਿੰਦਾ। ਇਸੇ ਤਰ੍ਹਾਂ ਇਹ ਮਾਇਆ ਵੀ ਇੱਕ ਐਸੀ ਨਦੀ ਹੈ, ਇਹਦੇ ਵਿੱਚ ਪੈਰ ਪਾਇਆ ਨਹੀਂ ਤੇ ਇਸਨੇ ਰੋੜਿਆ ਨਹੀਂ। ਜਿਹੜੇ ਗੁਰਮੁਖ ਪ੍ਰੇਮੀ ਸ਼੍ਰੀ ਹੇਮਕੁੰਟ ਸਾਹਿਬ ਗਏ ਹੋਣਗੇ ਉਹਨਾਂ ਨੇ ਵੇਖਿਆ ਹੋਣਾ, ਜਿਹੜੀ ਗੋਬਿੰਦ ਘਾਟ ਕੋਲੇ ਇੱਕ ਉਹ ਨਦੀ ਵਗਦੀ ਹੈ, ਉਹਦਾ ਪਾਣੀ ਕਿੰਨਾ ਤੇਜ਼ ਹੁੰਦਾ ਹੈ। ਤੇ ਇੱਕ ਵਾਰੀ ਪਿੱਛੇ ਫਲੱਡ ਆਇਆ ਤੇ ਬਹੁਤ ਸਾਰੀਆਂ ਜਾਨਾਂ ਵੀ ਚਲੀਆਂ ਗਈਆਂ, ਕਈ ਸਵਾਰੀਆਂ ਬੱਸਾਂ ਤੱਕ ਵੀ ਰੁੜ ਗਈਆਂ, ਪਤਾ ਨਹੀਂ ਲੱਗਿਆ ਕਿੱਧਰ ਚਲੀਆਂ ਗਈਆਂ। ਇਸੇ ਤਰ੍ਹਾਂ ਇਹ ਜਿਹੜੀ ਮਾਇਆ ਹੈ, ਐਸੀ ਇਹ ਨਦੀ ਹੈ, ਦੱਸੋ ਇਸ ਨੂੰ ਕਿਵੇਂ ਤਰਿਆ ਜਾਵੇ। ਘੁੰਮਣ ਕੇਰ ਆਗਾਹ ਗਾਖਰੀ ਗੁਰ ਸ਼ਬਦੀ ਪਾਰੋ ਤਰੀਐ ਰੇ। ਲੋ ਇਹਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਘੁੰਮਣ ਘੇਰੀਆਂ ਵੀ ਪੈ ਰਹੀਆਂ ਨੇ ਤੇ ਅਗਾਹ ਇਹ ਮਾਇਆ ਰੂਪ ਨਦੀ ਡੂੰਘੀ ਵੀ ਬੇਅੰਤ ਹੈ ਤੇ ਗਾਖਰੀ, ਇਹਨੂੰ ਤਰਨਾ ਵੀ ਬੜਾ ਕਠਿਨ ਹੈ। ਤੇ ਫਿਰ ਮਹਾਰਾਜ ਕਿਵੇਂ ਤਰਿਆ ਜਾਵੇ। ਲੋ ਹਜ਼ੂਰ ਕਹਿੰਦੇ ਨੇ, ਗੁਰ ਸ਼ਬਦੀ ਪਾਰੋ ਤਰੀਐ ਰੇ। ਗੁਰਮੁਖੋ, ਹੇ ਭਾਈ ਤੁਸੀਂ ਗੁਰੂ ਸ਼ਬਦ ਦੀ ਓਟ ਲੈ ਲਵੋ ਤੇ ਗੁਰੂ ਸ਼ਬਦ ਦੀ ਓਟ ਲੈ ਕੇ ਇਸ ਮਾਇਆ ਦੀ ਨਦੀ ਤੋਂ ਪਾਰ ਉਤਰੀਆ ਰੇ, ਪਾਰ ਉਤਰ ਜਾਈਦਾ ਹੈ। ਭਾਵ ਗੁਰੂ ਸ਼ਬਦ ਦੀ ਓਟ ਲੈ ਕੇ ਹੀ ਇਸ ਮਾਇਆ ਦੀ ਨਦੀ ਤੋਂ ਪਾਰ ਹੋ ਸਕਦੇ ਹਾਂ, ਕਿਉਂਕਿ ਗੁਰੂ ਦਾ ਸ਼ਬਦ ਇੱਕ ਪੁਲ ਦਾ ਕੰਮ ਕਰਦਾ ਹੈ। ਜੇ ਆਪਾਂ ਨਦੀ ਵਿੱਚੋਂ ਤਰ ਕੇ ਨਹੀਂ ਪਾਰ ਹੋ ਸਕਦੇ ਤੇ ਪੁਲ ਉੱਤੋਂ ਦੀ ਪਾਰ ਕਰ ਸਕੀਦਾ। ਤੇ ਜਾਂ ਫਿਰ ਪੁਰਾਣਾ ਤਰੀਕਾ ਇਹ ਸੀ ਵੀ ਤੁਸੀਂ ਜੇ ਨਦੀ ਪਾਰ ਕਰਨੀ ਕਿਸੇ ਬੇੜੀ ਤੇ ਚੜ੍ਹ ਕੇ ਪਾਰ ਕਰ ਸਕਦੇ ਹੋ। ਇਉਂ ਭਾਈ ਇਹ ਜਿਹੜੀ ਗੁਰ ਸ਼ਬਦੀ, ਗੁਰੂ ਦਾ ਸ਼ਬਦ ਇਹ ਬੇੜੀ ਵੀ ਹੈ, ਗੁਰੂ ਦਾ ਸ਼ਬਦ ਇੱਕ ਜਹਾਜ਼ ਵੀ ਹੈ ਤੇ ਗੁਰੂ ਦਾ ਸ਼ਬਦ ਇੱਕ ਪੁਲ ਵੀ ਹੈ। ਇਹਦੀ ਓਟ ਲੈ ਕੇ ਤੁਸੀਂ ਮਾਇਆ ਦੀ ਨਦੀ ਤੋਂ ਪਾਰ ਉਤਰ ਸਕਦੇ ਹੋ। ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਇਹੋ ਜਾਨਾ ਰੇ। ਹਜ਼ੂਰ ਕਹਿੰਦੇ ਨੇ ਵੀ ਅਸੀਂ ਤੇ ਆਪਣੇ ਤਨ ਨੂੰ ਵੀ ਖੋਜ ਲਿਆ ਹੈ, ਮਨ ਨੂੰ ਵੀ ਖੋਜ ਲਿਆ ਹੈ ਤੇ ਬਾਣੀ ਨੂੰ ਵੀ ਖੋਜ ਲਿਆ ਹੈ ਤੇ ਅਖੀਰ ਤੇ ਇਹ ਤਤ ਵਿਚਾਰਿਆ, ਇਹ ਨਿਚੋੜ ਕੱਢਿਆ। ਤਤ ਨਾਨਕੇ ਜਾਨਾ ਰੇ। ਹਜ਼ੂਰ ਕਹਿੰਦੇ ਨੇ ਆਪਣੇ ਤਨ ਮਨ ਬਾਣੀ ਦੀ ਖੋਜ ਕਰਦਿਆਂ, ਵਿਚਾਰ ਕਰਦਿਆਂ ਤੇ ਅਸੀਂ ਇਹ ਤਤ ਸਮਝਿਆ ਹੈ। ਉਹ ਤਤ ਕੀ ਹੈ, ਨਿਚੋੜ ਕੀ ਹੈ। ਸਿਮਰਤ ਨਾਮ ਨਿਧਾਨ ਨਿਰਮੋਲਕ ਮਨ ਮਾਨਕ ਪਤੀ ਆਨਾ ਰੇ। ਸਿਮਰਤ ਨਾਮ ਨਿਧਾਨ ਨਿਰਮੋਲਕ, ਤੇ ਜਿਹੜਾ ਵਾਹਿਗੁਰੂ ਦਾ ਨਾਮ ਨਿਰਮੋਲਕ, ਜਿਸ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ, ਭਾਵ ਬੜਾ ਹੀ ਅਮੋਲਕ ਖਜ਼ਾਨਾ ਹੈ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇੱਕ ਬੜਾ ਹੀ ਕੀਮਤੀ ਖਜ਼ਾਨਾ ਹੈ। ਇਹ ਹੀਰੇ ਰਤਨਾਂ ਦਾ ਖਜ਼ਾਨਾ ਹੈ। ਇਹਨੂੰ ਸਿਮਰਦਿਆਂ ਹੋਇਆਂ
ਮਨ ਮਾਣਕ ਪਤੀਆਨਾ ਰੇ, ਜਿਹੜਾ ਸਾਡਾ ਮਨ ਮਾਣਕ ਸੁੱਚੇ ਮੋਤੀ ਵਾਂਗੂ ਸ਼ੁੱਧ ਮਨ, ਉਹ ਹੁਣ ਕਹਿੰਦੇ ਨੇ ਵਾਹਿਗੁਰੂ ਦੇ ਉੱਤੇ ਪਤੀਜ ਗਿਆ ਹੈ। ਭਾਵ ਉਸ ਵਾਹਿਗੁਰੂ, ਉਸ ਅਮੋਲਕ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਨੂੰ ਸਿਮਰਦਿਆਂ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ, ਇਹ ਸਾਡਾ ਮਨ ਰੂਪੀ ਮਾਣਕ ਰਤਨ, ਇਹ ਮਨ ਜਿਹੜਾ ਸ਼ੁੱਧ ਮਨ ਹੈ ਇਹ ਰਤਨ ਵਾਂਗੂ ਹੈ, ਮਾਣਕ ਵਾਂਗੂ ਹੈ, ਵੀ ਇਹ ਹੁਣ ਉਸ ਵਾਹਿਗੁਰੂ ਪਰਮੇਸ਼ਰ ਤੇ ਪਤੀਜ ਗਿਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਖੋਜਤ ਖੋਜਤ ਖੋਜ ਵਿਚਾਰਿਓ, ਤਤ ਨਾਨਕ ਇਹੋ ਜਾਨਾ ਰੇ। ਸਿਮਰਤ ਨਾਮ ਨਿਧਾਨ ਨਿਰਮੋਲਕ, ਮਨ ਮਾਣਕ ਪਤੀਆਨਾ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।